हाँ जी प्यारे विद्यार्थियों, ਜਿਹੜਾ मैं ਨੈਕਸਟ ਟੌਪਿਕ ਕਰ ਰਿਹਾ ਬੀਏ 3rd ਸਮੈਸਟਰ ਲਈ ਉਹ ਹੈ ਜੀ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟਸ। ਮੌਲਿਕ ਅਧਿਕਾਰ ਹਾਂਜੀ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜੀ ਸਾਡਾ। ਇਹ ਅਕਸਰ ਇਹ ਕੁਐਸਚਨਸ ਜਿਹੜੇ ਆ ਪੇਪਰਾਂ ਵਿੱਚ ਆਉਂਦੇ ਆ ਕਿ ਮੌਲਿਕ ਅਧਿਕਾਰ ਕੀ ਹਨ। ਐਕਚੁਅਲੀ ਜਿਹੜੇ ਮਾਡਰਨ ਡੈਮੋਕ੍ਰੇਸੀਜ਼ ਹੈਗੇ ਉਹ ਆਧੁਨਿਕ ਲੋਕਤੰਤਰੀ ਦੇਸ਼ ਆ। ਇਹ ਇਸ ਗੱਲ ਤੋਂ ਪਹਿਚਾਣੇ ਜਾਂਦੇ ਆ ਕਿ ਉਸ ਦੇਸ਼ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਹਨ। ਜੇਕਰ ਕਿਸੇ ਦੇਸ਼ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹਨ, ਇਸ ਦਾ ਮਤਲਬ ਹੈ ਕਿ ਉਹ ਲੋਕਤੰਤਰੀ ਦੇਸ਼ ਜ਼ਿਆਦਾ ਕਾਮਯਾਬ ਨਹੀਂ ਕਿਹਾ ਜਾ ਸਕਦਾ। ਜੇਕਰ ਕਿਸੇ ਦੇਸ਼ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਪ੍ਰਾਪਤ ਹਨ ਤਾਂ ਇਸ ਤੋਂ ਭਾਵ ਇਹ ਹੁੰਦਾ ਹੈ ਕਿ ਉਸ ਦੇਸ਼ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਹਨ ਤੇ ਲੋਕਾਂ ਨੂੰ ਜਿਹੜੇ ਲੋਕਤੰਤਰੀ ਅਧਿਕਾਰ ਦਿੱਤੇ ਜਾ ਰਹੇ ਹਨ। ਫਰਾਂਸ ਦੇ ਵਿੱਚ 1799 ਵਿੱਚ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਜਿਹੜੀ ਹੈ ਨੈਸ਼ਨਲ ਅਸੈਂਬਲੀ ਵਿੱਚ ਕੀਤੀ ਗਈ ਸੀ। 1799 ਦਾ ਅਸਰ ਜਿਹੜਾ ਅਮਰੀਕਾ ਦੇ ਸੰਵਿਧਾਨ ਉੱਤੇ ਵੀ ਪਿਆ ਤੇ ਅਮਰੀਕਾ ਦੇ ਸੰਵਿਧਾਨ ਵਿੱਚ ਪਹਿਲੀਆਂ 10 ਸੋਧਾਂ ਜਿਹੜੀਆਂ ਸੰਸ਼ੋਧਨ ਜਿਹਨੂੰ ਅਮੈਂਡਮੈਂਟਸ ਕਹਿੰਦੇ ਆ 1791 ਵਿੱਚ ਕਰਕੇ ਉੱਥੇ ਦੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਹੋ ਗਏ। ਇਸ ਤੋਂ ਬਾਅਦ ਲਗਭਗ ਦੁਨੀਆ ਦੇ ਜਿੰਨੇ ਵੀ ਲੋਕਤੰਤਰੀ ਸੰਵਿਧਾਨ ਬਣਾਏ ਗਏ ਉਹਨਾਂ ਸਾਰਿਆਂ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰਾਂ ਦੀ ਖਾਸ ਤੌਰ ਤੇ ਵਿਵਸਥਾ ਕੀਤੀ ਗਈ। ਭਾਰਤ ਵਿੱਚ ਵੀ ਲੋਕਾਂ ਨੂੰ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ। ਜਦੋਂ ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਤਾਂ ਇਸ ਵਿੱਚ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਸੀ। ਹੁਣ ਸਵਾਲ ਪੈਦਾ ਇਹ ਹੁੰਦਾ ਕਿ ਮੌਲਿਕ ਅਧਿਕਾਰਾਂ ਦਾ ਅਰਥ ਕੀ ਹੈ। ਐਕਚੁਅਲੀ ਮੌਲਿਕ ਅਧਿਕਾਰ ਉਹ ਅਧਿਕਾਰ ਹਨ ਜਿਹੜੇ ਵਿਅਕਤੀ ਦੇ ਵਿਕਾਸ ਲਈ ਬੁਨਿਆਦ ਹਨ, ਬੇਸ ਹਨ। ਇਹਨਾਂ ਨੂੰ ਹੀ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ ਅਤੇ ਇਸ ਦੀਆਂ ਜਿਹੜੀਆਂ ਮੇਨ ਵਿਸ਼ੇਸ਼ਤਾਵਾਂ ਹਨ ਉਹਨਾਂ ਵਿੱਚ ਇਹ ਰਾਜ ਦੇ ਜਿਹੜੇ ਸਭ ਤੋਂ ਸਰਵਉੱਚ ਕਾਨੂੰਨ ਹੁੰਦੇ ਹਨ ਵੱਡੇ, ਇਹ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਬੁਨਿਆਦ ਹੁੰਦੇ ਹਨ। ਸੰਸਦ ਦੁਆਰਾ ਸਧਾਰਨ ਕਾਨੂੰਨ ਪਾਸ ਕਰਕੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਮੌਲਿਕ ਅਧਿਕਾਰਾਂ ਨੂੰ ਰਾਜ ਦੁਆਰਾ ਬਣਾਏ ਆਮ ਕਾਨੂੰਨਾਂ ਉੱਤੇ ਸ੍ਰੇਸ਼ਟਤਾ ਪ੍ਰਾਪਤ ਹੁੰਦੀ ਹੈ। ਮੌਲਿਕ ਅਧਿਕਾਰ ਨਿਆਂ ਸੰਗਤ ਹੁੰਦੇ ਹਨ। ਜੇਕਰ ਕੋਈ ਤੁਹਾਡਾ ਮੌਲਿਕ ਅਧਿਕਾਰਾਂ ਨੂੰ ਨੁਕਸਾਨ ਕਰਨ ਦੀ ਕੋਈ ਵਿਅਕਤੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਅਦਾਲਤਾਂ ਵਿੱਚ ਇਹਨਾਂ ਦੇ ਵਿਰੁੱਧ ਜਾ ਸਕਦੇ ਹੋ। ਇਸ ਕਰਕੇ ਹੀ ਇਹਨਾਂ ਨੂੰ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ। ਇਹਨਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੁੰਦੀ ਹੈ। ਭਾਰਤ ਦੇ ਸੰਵਿਧਾਨ ਦੇ 3 ਅਧਿਆਏ ਚੈਪਟਰ ਵਿੱਚ 12 ਤੋਂ 35 ਆਰਟੀਕਲ ਤੱਕ ਜਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਇਹਨਾਂ ਨੂੰ ਹੀ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ। ਇਹ ਮੌਲਿਕ ਅਧਿਕਾਰ ਜਿਹੜੇ ਆ ਸਾਡੇ ਸਾਡੇ ਲੋਕਤੰਤਰ ਦੀ ਬੁਨਿਆਦ ਹਨ। ਇਹ ਜਿਹੜੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਕਈ ਵਾਰੀ ਵਿਅਕਤੀ ਅਦਾਲਤਾਂ ਵਿੱਚ ਵੀ ਗਏ ਹਨ ਔਰ ਬਹੁਤ ਸਾਰੇ ਫੈਸਲੇ ਅਜਿਹੇ ਵੀ ਹੋਏ ਹਨ ਜਦੋਂ ਅਦਾਲਤਾਂ ਨੇ ਇੱਕ ਵਿਅਕਤੀ ਦੇ ਹੱਕ ਵਿੱਚ ਫੈਸਲੇ ਦਿੱਤੇ ਹਨ। ਇਸ ਤੋਂ ਇਹ ਸਪਸ਼ਟ ਹੈ ਕਿ ਮੌਲਿਕ ਅਧਿਕਾਰ ਜਿਹੜੇ ਹਨ ਬਹੁਤ ਹੀ ਇੰਪੋਰਟੈਂਟ ਹਨ। ਇਹ ਲੋਕਤੰਤਰੀ ਦੇਸ਼ਾਂ ਦੀ ਬੁਨਿਆਦ ਹਨ। ਜਿਹੜਾ ਫਰਾਂਸ ਵਿੱਚ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਅਮਰੀਕਾ ਨੇ ਵੀ ਇਸ ਨੂੰ ਲਾਗੂ ਕੀਤਾ ਗਿਆ ਅਤੇ ਭਾਰਤ ਵਿੱਚ ਵੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ 26 ਜਨਵਰੀ 1950 ਤੋਂ ਬਾਅਦ ਸਾਡੇ ਸੰਵਿਧਾਨ ਦੇ 3 ਚੈਪਟਰ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਅਤੇ ਆਰਟੀਕਲ 12 ਤੋਂ 35 ਦੇ ਵਿੱਚ ਜੋ ਕੁਝ ਲਿਖਿਆ ਗਿਆ ਹੈ ਉਸ ਨੂੰ ਹੀ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ। ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਆਰਟੀਕਲ 31 ਜਿਹੜਾ ਹੈ ਸਾਡੇ ਸੰਵਿਧਾਨ ਵਿੱਚ ਨਹੀਂ ਹੈ। ਇਹ ਪਹਿਲਾਂ ਮੌਲਿਕ ਅਧਿਕਾਰ ਸੀ ਪਰ ਅੱਜ ਕੱਲ੍ਹ ਇਸ ਨੂੰ ਹਟਾ ਕੇ 300E ਵਿੱਚ ਸ਼ਾਮਲ ਕਰਕੇ ਇਸ ਨੂੰ ਕਾਨੂੰਨੀ ਅਧਿਕਾਰ ਦਾ ਦਰਜਾ ਜਿਹੜਾ ਦਿੱਤਾ ਗਿਆ ਹੈ। ਥੈਂਕ ਯੂ।